ਮੈਂ ਬਹੁਤ ਗੁੱਸੇ ਵਿੱਚ ਸੀ ਤੇ ਗੁੱਸੇ ਦੀ ਹਾਲਤ ਵਿੱਚ ਰਸੋਈ ਵਿੱਚ ਜਾ ਕੇ ਖਾਣਾ ਬਣਾਉਣ ਲੱਗੀ। ਖਾਣਾ ਬਣਾਉਂਦੇ ਸਮੇਂ ਭਾਂਡਿਆਂ ਨੂੰ ਤੇਜ਼-ਤੇਜ਼ ਸਿੰਕ ਵਿੱਚ ਸੁੱਟਣ ਲੱਗੀ। ਰਸੋਈ ਵਿੱਚੋਂ ਭਾਂਡਿਆਂ ਦੀ ਆਵਾਜ਼ ਸੁਣ ਕੇ ਮੇਰੀਆਂ ਤਿੰਨੋਂ ਬੇਟੀਆਂ ਅੰਦਰ ਆ ਗਈਆਂ। ਉਹਨਾਂ ਦੇ ਨਾਲ ਸੁਨੈਣਾ ਵੀ ਸੀ, ਲੇਕਿਨ ਮੈਨੂੰ ਗੁੱਸੇ ਵਿੱਚ ਦੇਖ ਕੇ ਕਿਸੇ ਦੀ ਵੀ ਹਿੰਮਤ ਨਹੀਂ ਸੀ ਕਿ ਮੈਨੂੰ ਅੱਗੇ ਵੱਧ ਕੇ ਕੁਝ ਕਹਿਣ, ਕਿਉਂਕਿ ਜਦੋਂ ਮੈਨੂੰ ਗੁੱਸਾ ਆਉਂਦਾ ਤਾਂ ਮੈਂ ਕਿਸੇ ਦੀ ਨਹੀਂ ਸੁਣਦੀ ਸੀ। ਉਹਨਾਂ ਸਭ ਨੂੰ ਦੇਖ ਕੇ ਮੈਂ ਗੁੱਸੇ ਵਿੱਚ ਆ ਕੇ ਕਿਹਾ, ਕਿਉਂ ਆਈਆਂ ਤੁਸੀਂ? ਚਲੀਆਂ ਜਾਵੋ ਇੱਥੋਂ। ਮੇਰੀ ਚੀਕ ਸੁਣ ਕੇ ਮੇਰੀਆਂ ਤਿੰਨੋਂ ਬੇਟੀਆਂ ਚਲੀਆਂ ਗਈਆਂ, ਪਰ ਸੁਨੈਣਾ ਖੜੀ ਰਹੀ ਤੇ ਅੱਗੇ ਵੱਧ ਕੇ ਮੈਨੂੰ ਸੰਭਾਲਣ ਲੱਗੀ। ਜਿਵੇਂ ਹੀ ਉਸਨੇ ਮੇਰਾ ਹੱਥ ਫੜਿਆ ਤਾਂ ਮੇਰਾ ਗੁੱਸਾ 7ਵੇਂ ਅਸਮਾਨ 'ਤੇ ਪਹੁੰਚ ਗਿਆ, ਕਿਉਂਕਿ ਮੇਰੇ ਗੁੱਸੇ ਦੀ ਅਸਲ ਵਜ੍ਹਾ ਤਾਂ ਉਹੀ ਸੀ। ਮੈਂ ਉਸਨੂੰ ਇੰਨੀ ਜ਼ੋਰ ਦੀ ਧੱਕਾ ਦਿੱਤਾ ਕਿ ਉਹ ਡਿੱਗਦੇ ਬਚੀ ਸੀ। ਐਨੀ ਨਫ਼ਰਤ ਸ਼ਾਇਦ ਕਿਸੇ ਹੋਰ ਨਾਲ ਨਹੀਂ ਸੀ। ਕੁਝ ਟਾਈਮ ਤੱਕ ਅੱਖਾਂ ਵਿੱਚ ਹੰਝੂ ਲੈ ਕੇ ਮੈਨੂੰ ਦੇਖਦੀ ਰਹੀ, ਫਿਰ ਉੱਥੋਂ ਚਲੇ ਗਈ। ਉਸ ਦੇ ਜਾਣ ਤੋਂ ਬਾਅਦ ਮੈਨੂੰ ਥੋੜ੍ਹਾ ਸਕੂਨ ਮਿਲਿਆ। ਮੈਂ ਉਸ ਲੜਕੀ ਨੂੰ ਐਨੀ ਨਫ਼ਰਤ ਕਰਦੀ ਸੀ ਕਿ ਦਿਲ ਕਰਦਾ ਸੀ ਕਿ ਉਸ ਦਾ ਗਲਾ ਘੁੱਟ ਦੇਵਾਂ। ਹੋਇਆ ਇਸ ਤਰ੍ਹਾਂ ਕਿ ਕੁਝ ਔਰਤਾਂ ਮੇਰੀ ਵੱਡੀ ਬੇਟੀ ਦੇ ਲਈ ਰਿਸ਼ਤਾ ਲੈ ਕੇ ਆਈਆਂ ਸੀ ਤੇ ਦਰਵਾਜ਼ਾ ਸੁਨੈਣਾ ਨੇ ਖੋਲ੍ਹਿਆ ਸੀ। ਫਿਰ ਸੁਨੈਣਾ ਉਹਨਾਂ ਦੇ ਸਾਹਮਣੇ ਨਾ ਆਈ ਤੇ ਸਾਰਾ ਕੰਮ ਮੈਂ ਤੇ ਮੇਰੀਆਂ ਬੇਟੀਆਂ ਹੀ ਦੇਖ ਰਹੀਆਂ ਸੀ। ਚਾਹ ਨਾਸ਼ਤਾ ਹੋਇਆ। ਉਸ ਤੋਂ ਬਾਅਦ ਗੱਲਾਂ ਵਿੱਚ ਇੱਕ ਔਰਤ ਬੋਲੀ, ਜਿਸਨੇ ਦਰਵਾਜ਼ਾ ਖੋਲ੍ਹਿਆ ਸੀ, ਉਹ ਤੁਹਾਡੀ ਬੇਟੀ ਆ? ਮੈਂ ਇੱਕਦਮ ਡਰ ਗਈ। ਮੈਨੂੰ ਲੱਗਿਆ ਪਤਾ ਨਹੀਂ ਸੁਨੈਣਾ ਨੇ ਕੀ ਗੜਬੜ ਕੀਤੀ ਆ। ਮੈਂ ਕਿਹਾ, ਹਾਂ ਹੈ ਤਾਂ ਮੇਰੀ ਹੀ ਬੇਟੀ, ਪਰ ਕੀ ਹੋਇਆ? ਉਸ ਨੇ ਕੋਈ ਬਦਤਮੀਜ਼ੀ ਕੀਤੀ ਤੁਹਾਡੇ ਨਾਲ? ਉਹ ਔਰਤ ਬੋਲੀ, ਅਜਿਹੀ ਤਾਂ ਕੋਈ ਗੱਲ ਨਹੀਂ, ਬਹੁਤ ਹੀ ਪਿਆਰੀ ਬੱਚੀ ਏ। ਸਾਨੂੰ ਸਾਡੇ ਬੇਟੇ ਲਈ ਉਹੀ ਲੜਕੀ ਦਾ ਰਿਸ਼ਤਾ ਚਾਹੀਦਾ ਜਿਸਨੇ ਦਰਵਾਜ਼ਾ ਖੋਲ੍ਹਿਆ ਸੀ। ਤੁਹਾਡੀ ਬੇਟੀ ਤੇ ਸਾਡਾ ਦਿਲ ਆ ਗਿਆ। ਪਲੀਜ਼ ਜਵਾਬ ਨਾ ਦੇਣਾ। ਉਹ ਔਰਤ ਦੀ ਗੱਲ ਸੁਣ ਕੇ ਮੇਰਾ ਤਾਂ ਦਿਮਾਗ ਘੁੰਮ ਗਿਆ। ਗੁੱਸੇ ਦੇ ਕਾਰਨ ਮੈਂ ਅੰਦਰ ਹੀ ਅੰਦਰ ਸੜਨ ਲੱਗੀ। ਕਿਸੇ ਤਰ੍ਹਾਂ ਮੈਂ ਗੁੱਸੇ 'ਤੇ ਕਾਬੂ ਪਾਇਆ ਤੇ ਕਿਹਾ, ਸੋਚ ਕੇ ਦੱਸਾਂਗੇ, ਫਿਲਹਾਲ ਇੱਕਦਮ ਤੁਹਾਨੂੰ ਜਵਾਬ ਨਹੀਂ ਦੇ ਸਕਦੇ। ਫਿਰ ਉਹ ਔਰਤਾਂ ਚਲੀਆਂ ਗਈਆਂ ਤੇ ਮੇਰਾ ਵੱਸ ਨਹੀਂ ਚੱਲ ਰਿਹਾ ਸੀ। ਮੇਰਾ ਜੀ ਕਰਦਾ ਸੀ ਕਿ ਮੈਂ ਸੁਨੈਣਾ ਦਾ ਗਲ ਘੁੱਟ ਦੇਵਾਂ। ਔਰਤਾਂ ਦੇ ਜਾਣ ਤੋਂ ਬਾਅਦ ਮੈਂ ਕਿਚਨ ਵਿੱਚ ਗਈ ਤੇ ਭਾਂਡੇ ਭੰਨ ਰਹੀ ਸੀ। ਆਪਣਾ ਸਾਰਾ ਗੁੱਸਾ ਭਾਂਡਿਆਂ 'ਤੇ ਕੱਢ ਰਹੀ ਸੀ। ਸੁਨੈਣਾ ਦੇ ਅੱਖਾਂ ਵਿੱਚ ਹੰਝੂ ਦੇਖ ਕੇ ਮੈਨੂੰ ਮੇਰੇ ਆਪਣੇ ਦਿਨ ਯਾਦ ਆ ਗਏ, ਜਦੋਂ ਮੈਂ ਆਪਣੇ ਪਤੀ ਅੰਸ਼ ਦੇ ਸਾਹਮਣੇ ਗਿੜਗਿੜਾ ਰਹੀ ਸੀ ਕਿ ਅੰਸ਼ ਦੂਜਾ ਵਿਆਹ ਨਾ ਕਰੋ। ਆਪਣੀ ਖੁਦ ਦੀਆਂ 3 ਬੇਟੀਆਂ, ਉਹਨਾਂ ਬਾਰੇ ਤਾਂ ਸੋਚੋ। ਲੇਕਿਨ ਉਸ ਨੇ ਮੇਰੀ ਇੱਕ ਨਾ ਸੁਣੀ ਤੇ ਮੈਨੂੰ ਨਫ਼ਰਤ ਨਾਲ ਦੇਖਦੇ ਕਿਹਾ, ਪਤਨੀ ਆ, ਪਤਨੀ ਬਣ ਕੇ ਰਹਿ, ਜ਼ਿਆਦਾ ਸਿਰ 'ਤੇ ਬੈਠਣ ਦੀ ਜ਼ਰੂਰਤ ਨਹੀਂ। ਮੈਂ ਆਪਣੇ ਆਫਿਸ ਵਿੱਚ ਇੱਕ ਲੜਕੀ ਨੂੰ ਪਿਆਰ ਕਰਦਾ ਹਾਂ ਤੇ ਉਸ ਨਾਲ ਵਿਆਹ ਕਰਾਂਗਾ। ਉਹ ਘੱਟ ਤੋਂ ਘੱਟ ਪੜ੍ਹੀ ਲਿਖੀ ਤਾਂ ਹੈ, ਤੇਰੀ ਤਰ੍ਹਾਂ ਜਾਹਿਲ ਤਾਂ ਨਹੀਂ। ਤੇ ਤੂੰ ਮੈਨੂੰ ਕਿਸ ਹੱਕ ਨਾਲ ਦੂਜਾ ਵਿਆਹ ਕਰਨ ਤੋਂ ਰੋਕ ਰਹੀ ਹਾਂ? ਇੱਕ ਬੇਟਾ ਤੱਕ ਤਾਂ ਮੈਨੂੰ ਦੇ ਨਹੀਂ ਸਕਦੀ। ਕੁਝ ਪਲ ਲਈ ਮੈਨੂੰ ਅੰਸ਼ 'ਤੇ ਇੰਨਾ ਗੁੱਸਾ ਆਇਆ, ਪਰ ਮੈਂ ਆਪਣੀਆਂ ਬੇਟੀਆਂ ਦਾ ਮੂੰਹ ਦੇਖ ਕੇ ਆਪਣੇ ਘਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਮੈਂ ਆਪਣੇ ਘਰ ਨੂੰ ਬਚਾਉਣ ਲਈ ਇੱਕ ਤਿਨਕੇ ਦਾ ਸਹਾਰਾ ਲਿਆ। ਮੈਂ ਕਿਹਾ, ਜੇ ਤੈਨੂੰ ਉਹ ਵੀ ਬੇਟਾ ਨਾ ਦੇ ਸਕੀ, ਫਿਰ ਕੀ ਤੀਜਾ ਵਿਆਹ ਕਰੇਂਗਾ? ਮੇਰੀਆਂ ਗੱਲਾਂ ਦਾ ਅੰਸ਼ 'ਤੇ ਕੋਈ ਅਸਰ ਨਹੀਂ ਸੀ। ਅੰਸ਼ ਨੇ ਕਿਹਾ, ਲੜਕੇ ਲਈ ਵਿਆਹ ਨਹੀਂ ਕਰ ਰਿਹਾ, ਆਪਣੇ ਦਿਲ ਦੇ ਸਕੂਨ ਲਈ ਵਿਆਹ ਕਰ ਰਿਹਾ ਹਾਂ, ਕਿਉਂਕਿ ਮੈਂ ਉਸ ਨੂੰ ਪਿਆਰ ਕਰਦਾ। ਅੰਸ਼ ਨੇ ਕਿਸੇ ਦੀ ਵੀ ਗੱਲ ਨਾ ਸੁਣਨ ਦਾ ਫੈਸਲਾ ਕਰ ਲਿਆ ਸੀ। ਉਸ 'ਤੇ ਤਾਂ ਪੂਨਮ ਦਾ ਭੂਤ ਸਵਾਰ ਸੀ ਅਤੇ ਇਸ ਹਫ਼ਤੇ ਹੀ ਪੂਨਮ ਨਾਲ ਵਿਆਹ ਕਰ ਰਹੇ ਸੀ। ਮੈਂ ਕੁਝ ਕਹਿਣ ਲਈ ਮੂੰਹ ਖੋਲ੍ਹਿਆ ਤਾਂ ਇੱਕਦਮ ਚੀਕ ਕੇ ਬੋਲੇ, ਜੇ ਤੂੰ ਹੁਣ ਇੱਕ ਵੀ ਸ਼ਬਦ ਬੋਲਿਆ ਤਾਂ ਤਲਾਕ ਦੇ ਦੇਵਾਂਗਾ ਤੇ ਆਪਣੇ ਘਰ 'ਚੋਂ ਬਾਹਰ ਕੱਢ ਦੇਵਾਂਗਾ। ਇਹ ਸੁਣ ਕੇ ਮੈਂ ਚੁੱਪ ਹੋ ਗਈ, ਕਿਉਂਕਿ ਮੇਰੀਆਂ ਬੇਟੀਆਂ ਬਹੁਤ ਛੋਟੀਆਂ ਸੀ। ਵੱਡੀ ਬੇਟੀ 5 ਸਾਲ ਦੀ, ਛੋਟੀ 3 ਦੀ ਅਤੇ ਸਭ ਤੋਂ ਛੋਟੀ 2 ਮਹੀਨੇ ਦੀ ਸੀ। ਮੈਂ ਕਿਸੇ ਨੂੰ ਕੁਝ ਨਾ ਕਿਹਾ ਤੇ ਬਸ ਚੁੱਪੀ ਸਾਧ ਲਈ ਤੇ ਪੂਨਮ ਮੇਰੀ ਸੌਂਕਣ ਬਣ ਕੇ ਘਰ ਆ ਗਈ। ਮੈਂ ਦਿਲ 'ਤੇ ਪੱਥਰ ਰੱਖ ਕੇ ਉਸ ਦਾ ਸਵਾਗਤ ਕੀਤਾ। ਪੂਨਮ ਦੇ ਆਉਣ ਤੋਂ ਬਾਅਦ ਮੇਰੀ ਜ਼ਿੰਦਗੀ ਬਸ ਚੱਲ ਰਹੀ ਸੀ। ਕਿਵੇਂ ਚੱਲ ਰਹੀ ਸੀ, ਉਹ ਮੈਂ ਹੀ ਜਾਣਦੀ ਸੀ। ਮੈਂ ਆਪਣੀਆਂ ਮਾਸੂਮ ਬੱਚੀਆਂ ਦਾ ਮੂੰਹ ਦੇਖ ਕੇ ਅੰਦਰ ਹੀ ਅੰਦਰ ਤੜਪਦੀ ਰਹਿੰਦੀ।
ਛੋਟੀਆਂ-ਛੋਟੀਆਂ 3 ਬੱਚੀਆਂ ਨੂੰ ਸੰਭਾਲਣ ਦੇ ਨਾਲ-ਨਾਲ ਮੈਨੂੰ ਘਰ ਦਾ ਵੀ ਸਾਰਾ ਕੰਮ ਕਰਨਾ ਪੈਂਦਾ ਸੀ। ਮੇਰੀਆਂ ਅਸਲ ਤਕਲੀਫਾਂ ਤਾਂ ਹੁਣ ਸ਼ੁਰੂ ਹੋਣੀਆਂ ਸੀ। ਮੈਨੂੰ ਤੇ ਮੇਰੀ ਬੱਚੀਆਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਅੰਸ਼ ਨੂੰ ਦਿਖਾਈ ਨਹੀਂ ਦਿੰਦਾ ਸੀ। ਜੇ ਮੈਂ ਕਿਸੇ ਚੀਜ਼ ਲਈ ਕਹਿ ਦਿੰਦੀ ਤਾਂ ਉਹ ਹਫ਼ਤੇ ਤੱਕ ਘਰ ਆਉਂਦੀ ਤੇ ਇੱਧਰ ਪੂਨਮ ਜੇ ਕਿਸੇ ਚੀਜ਼ ਨੂੰ ਕਹਿ ਦਿੰਦੀ ਤਾਂ 1 ਘੰਟੇ ਦੇ ਵਿੱਚ ਹੀ ਹਾਜ਼ਰ ਹੋ ਜਾਂਦੀ। ਪੂਨਮ ਬਹੁਤ ਹੀ ਖੂਬਸੂਰਤ ਸੀ, ਗੱਲ ਕਰਨ ਦੀ ਤਮੀਜ਼ ਵੀ ਸੀ, ਲੇਕਿਨ ਉਸ ਨੂੰ ਦੇਖਦੇ ਹੀ ਮੇਰੇ ਅੰਦਰ ਅੱਗ ਲੱਗਣ ਲੱਗ ਜਾਂਦੀ। ਪੂਨਮ ਘਰ ਦਾ ਕੋਈ ਕੰਮ ਨਾ ਕਰਦੀ ਕਿਉਂਕਿ ਅੰਸ਼ ਨੇ ਉਸ ਨੂੰ ਕਹਿ ਰੱਖਿਆ ਸੀ ਕਿ ਤੈਨੂੰ ਕੋਈ ਲੋੜ ਨਹੀਂ ਘਰ ਦਾ ਕੰਮ ਕਰਨ ਦੀ। ਫਿਰ ਇੱਕ ਦਿਨ ਪਤਾ ਚੱਲਿਆ ਕਿ ਪੂਨਮ ਮਾਂ ਬਣਨ ਵਾਲੀ ਹੈ। ਅੰਸ਼ ਇੰਨਾ ਖੁਸ਼ ਹੋਏ ਜਿਵੇਂ ਪਹਿਲੀ ਵਾਰ ਬਾਪ ਬਣ ਰਹੇ ਹੋਣ। ਉਹਨਾਂ ਕੋਲ ਇੱਕ ਬੇਟੀ ਸੁਨੈਨਾ ਨੇ ਜਨਮ ਲਿਆ। ਹੁਣ ਘਰ ਬੈਠੇ ਮੈਂਬਰ ਕਾਫੀ ਜ਼ਿਆਦਾ ਵੱਧ ਗਏ ਸੀ ਤੇ ਕਮਾਉਣ ਵਾਲਾ ਇਕੱਲਾ ਅੰਸ਼ ਸੀ ਤੇ ਘਰੇ ਖਾਣ ਪੀਣ ਦਾ ਗੁਜ਼ਾਰਾ ਵੀ ਮੁਸ਼ਕਲ ਨਾਲ ਹੋਣ ਲੱਗਿਆ ਤਾਂ ਮੈਂ ਲੋਕਾਂ ਕੱਪੜੇ ਸਿਉਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਸਾਡੇ ਘਰ ਦਾ ਖਰਚਾ ਥੋੜ੍ਹਾ ਬਹੁਤ ਚੱਲਣ ਲੱਗਿਆ। ਅੰਸ਼ ਦੀ ਤਨਖਾਹ ਤਾਂ ਸੁਨੈਨਾ ਅਤੇ ਪੂਨਮ 'ਤੇ ਹੀ ਖਰਚ ਹੋ ਜਾਂਦੀ। ਪੂਨਮ ਸ਼ੁਰੂ ਵਿੱਚ ਤਾਂ ਆਪਣੀ ਦੁਨੀਆ ਵਿੱਚ ਮਸਤ ਰਹਿੰਦੀ ਸੀ, ਪਰ ਹੁਣ ਉਸ ਨੇ ਆਪਣੇ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤੇ। ਜਦੋਂ ਖਰਚੇ ਵਧਣ ਲੱਗੇ ਤੇ ਆਮਦਨ ਘਟਣ ਲੱਗੀ ਤਾਂ ਉਸ ਨੇ ਇੱਕ ਦਿਨ ਰਸੋਈ ਨੂੰ ਤਾਲਾ ਲਗਾ ਦਿੱਤਾ। ਮੈਂ ਪੂਨਮ ਤੋਂ ਹੈਰਾਨ ਹੋ ਕੇ ਪੁੱਛਿਆ ਕਿ ਤੂੰ ਇਹ ਕੀ ਕਰ ਰਹੀ ਆਂ? ਉਹ ਕਹਿਣ ਲੱਗੀ, ਆਮਦਨ ਇੰਨੀ ਨਹੀਂ ਹੈ ਕਿ ਬੱਚੇ ਸਾਰਾ ਦਿਨ ਕੁਝ ਨਾ ਕੁਝ ਖਾਂਦੇ ਰਹਿਣ ਤੇ ਖਰਚੇ ਵਧਾਉਂਦੇ ਰਹਿਣ। ਪੂਨਮ ਦਾ ਸਾਫ਼ ਇਸ਼ਾਰਾ ਮੇਰੀਆਂ ਬੇਟੀਆਂ ਦੇ ਉੱਪਰ ਸੀ। ਪੂਨਮ ਜਦੋਂ ਰਸੋਈ ਨੂੰ ਤਾਲਾ ਲਗਾ ਰਹੀ ਸੀ ਤਾਂ ਅੰਸ਼ ਸਾਹਮਣੇ ਬੈਠੇ ਦੇਖ ਰਹੇ ਸੀ, ਪਰ ਉਸ ਨੇ ਆਪਣੇ ਮੂੰਹ ਵਿੱਚੋਂ ਇੱਕ ਸ਼ਬਦ ਵੀ ਨਹੀਂ ਬੋਲਿਆ। ਜਦੋਂ ਮੈਂ ਸ਼ਿਕਾਇਤਾਂ ਭਰੀਆਂ ਨਜ਼ਰਾਂ ਨਾਲ ਅੰਸ਼ ਨੂੰ ਦੇਖਿਆ ਤਾਂ ਮੂੰਹ ਫੇਰ ਕੇ ਅੰਸ਼ ਕਹਿਣ ਲੱਗਿਆ, ਹਾਂ ਪੂਨਮ ਸਹੀ ਕਰ ਰਹੀ ਹੈ। ਮੈਂ ਕਹਿੰਦੇ ਰਹਿ ਗਈ, ਮੈਂ ਤਾਂ ਆਪਣਾ ਖੁਦ ਕਮਾਉਂਦੀ ਹਾਂ ਤੇ ਆਪਣੇ ਬੱਚਿਆਂ ਦਾ ਖਰਚ ਕੱਢਦੀ ਹਾਂ। ਪੂਨਮ ਹੀ ਫਜ਼ੂਲ ਖਰਚੀ ਕਰਦੀ ਹੈ। ਉਸ ਦੇ ਕਮਰੇ ਵਿੱਚ ਫਰੂਟ ਪਏ ਸੜ ਜਾਂਦੇ ਆ। ਲੇਕਿਨ ਇਸ ਨੂੰ ਮੇਰੀ ਬੁਜ਼ਦਿਲੀ ਕਹੋ ਜਾਂ ਮੇਰੀ ਗਲਤਫਹਿਮੀ ਕਿ ਮੈਂ ਆਪਣੇ ਪਤੀ ਤੋਂ ਡਰਦੀ ਸੀ। ਪੂਨਮ ਨੇ ਮੇਰੀਆਂ ਬੇਟੀਆਂ ਨੂੰ ਪ੍ਰਾਈਵੇਟ ਸਕੂਲ ਵਿੱਚ ਹਟਵਾ ਕੇ ਸਰਕਾਰੀ ਸਕੂਲ ਵਿੱਚ ਪਾ ਦਿੱਤਾ ਤੇ ਆਪਣੀ ਬੇਟੀ ਨੂੰ ਪ੍ਰਾਈਵੇਟ ਸਕੂਲ ਵਿੱਚ ਲਾ ਦਿੱਤਾ। ਉਹ ਆਪਣੀ ਬੇਟੀ ਨੂੰ ਹਰ ਪਾਸੇ ਅੱਗੇ ਰੱਖਦੀ। ਇਹ ਸਭ ਦੇਖ ਕੇ ਮੇਰੀਆਂ ਬੇਟੀਆਂ ਵਿੱਚ ਹੀਣ ਭਾਵਨਾ ਆਉਣ ਲੱਗੀ। ਉਹ ਕਦੇ ਸ਼ਿਕਾਇਤ ਕਰਦੀਆਂ, ਮੰਮੀ ਸੁਨੈਨਾ ਤਾਂ ਇੰਨੇ ਸੋਹਣੇ ਕੱਪੜੇ ਪਾਉਂਦੀ ਆ। ਮੈਂ ਉਹਨਾਂ ਨੂੰ ਘੂਰ ਕੇ ਚੁੱਪ ਕਰਾ ਦਿੰਦੀ। ਆਪਣੀ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਮੈਂ ਜ਼ਿਆਦਾ ਤੋਂ ਜ਼ਿਆਦਾ ਕੱਪੜੇ ਸਿਲਾਈ ਕਰਦੀ, ਜਿਸ ਦੇ ਨਾਲ ਮੈਂ ਆਪਣੇ ਬੱਚਿਆਂ ਦੀਆਂ ਜ਼ਿਆਦਾ ਜ਼ਰੂਰਤਾਂ ਪੂਰੀਆਂ ਕਰ ਸਕਾਂ। ਹੌਲੀ ਮੇਰੀਆਂ ਬੱਚੀਆਂ ਵੱਡੀਆਂ ਹੁੰਦੀਆਂ ਜਾ ਰਹੀਆਂ ਸੀ। ਉਹਨਾਂ ਨੂੰ ਆਪਣੇ ਬਾਪ ਨਾਲ ਨਫ਼ਰਤ ਹੁੰਦੀ ਜਾ ਰਹੀ ਸੀ। ਇੱਕ ਦਿਨ ਪੂਨਮ ਅਤੇ ਅੰਸ਼ ਆਫਿਸ ਤੋਂ ਆ ਰਹੇ ਸੀ ਤਾਂ ਉਹਨਾਂ ਦੀ ਕਾਰ ਦਾ ਐਕਸੀਡੈਂਟ ਹੋ ਗਿਆ। ਮੈਂ ਉਹਨਾਂ ਲਈ ਖਾਣਾ ਬਣਾ ਕੇ ਬੈਠੀ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ, ਲੇਕਿਨ ਬਾਹਰ ਐਂਬੂਲੈਂਸ ਦੀ ਆਵਾਜ਼ ਸੁਣ ਕੇ ਮੈਂ ਥੋੜ੍ਹਾ ਘਬਰਾ ਗਈ। ਸਭ ਕੁਝ ਖਤਮ ਹੋ ਗਿਆ ਸੀ। ਅੰਸ਼ ਅਤੇ ਪੂਨਮ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਵੈਸੇ ਪੱਥਰ ਤਾਂ ਮੈਂ ਪਹਿਲਾਂ ਹੀ ਬਣ ਗਈ ਸੀ, ਇਸ ਨਾਲ ਮੈਨੂੰ ਜ਼ਿਆਦਾ ਫਰਕ ਨਹੀਂ ਪਿਆ। ਸੁਨੈਨਾ ਲਈ ਥੋੜ੍ਹਾ ਦੁੱਖ ਹੁੰਦਾ, ਪਰ ਹੌਲੀ ਨਫ਼ਰਤ ਵਿੱਚ ਬਦਲਣ ਲੱਗਦਾ। ਆਖਿਰ ਸਭ ਕੁਝ ਉਸ ਦੀ ਮਾਂ ਦੀ ਵਜ੍ਹਾ ਨਾਲ ਹੋਇਆ ਸੀ। ਮੈਂ ਆਪਣੇ ਪੂਰੇ ਘਰ ਵਿੱਚ ਨਿਗਾਹ ਮਾਰੀ ਤਾਂ ਮੈਨੂੰ ਅੰਦਰ ਤੱਕ ਸਕੂਨ ਮਿਲਿਆ, ਕਿਉਂਕਿ ਹੁਣ ਪੂਰਾ ਘਰ ਮੇਰਾ ਹੋ ਚੁੱਕਿਆ ਸੀ। ਮੈਂ ਹੁਣ ਇਸ ਘਰ ਦੀ ਮਾਲਕਣ ਸੀ। ਪੂਨਮ ਦੇ ਆਉਣ ਤੋਂ ਬਾਅਦ ਮੇਰੀ ਇਸ ਘਰ ਵਿੱਚ ਹਾਲਤ ਇੱਕ ਨੌਕਰਾਨੀ ਜਿਹੀ ਹੋ ਗਈ ਸੀ। ਹੁਣ ਮੈਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਲੱਗੀ। ਮੈਂ ਘਰ ਵਿੱਚ ਇੱਕ ਸਿਲਾਈ ਸੈਂਟਰ ਖੋਲ੍ਹਿਆ। ਮੈਂ ਸੁਨੈਨਾ ਦੀ ਵੀ ਦੇਖਭਾਲ ਆਪਣੀ ਬੱਚੀਆਂ ਦੇ ਬਰਾਬਰ ਹੀ ਕਰਦੀ, ਲੇਕਿਨ ਫਿਰ ਵੀ ਪੁਰਾਣੀ ਜ਼ਿੰਦਗੀ ਦੀ ਛਾਪ ਮੇਰੇ ਦਿਮਾਗ ਵਿੱਚ ਸੀ। ਮੈਂ ਕਦੇ ਸੁਨੈਨਾ ਦੇ ਥੱਪੜ ਲਾ ਦਿੰਦੀ। ਸੁਨੈਨਾ ਬਹੁਤ ਉਦਾਸ ਰਹਿਣ ਲੱਗੀ ਸੀ। ਹੁਣ ਚਾਰੋਂ ਬੇਟੀਆਂ ਵੱਡੀਆਂ ਹੋ ਗਈਆਂ ਸੀ, ਪਰ ਸੁਨੈਨਾ ਦਾ ਰੰਗ ਰੂਪ ਬਹੁਤ ਹੀ ਸੋਹਣਾ ਸੀ। ਇੱਕ ਗੱਲ ਮੈਨੂੰ ਬਹੁਤ ਖੜਕਦੀ ਸੀ, ਜੋ ਵੀ ਰਿਸ਼ਤਾ ਮੇਰੀ ਵੱਡੀ ਬੇਟੀ ਲਈ ਆਉਂਦਾ ਸੀ ਤੇ ਹੁੰਦੇ ਰਹਿ ਜਾਂਦਾ। ਉਹ ਲੋਕ ਸੁਨੈਨਾ ਨੂੰ ਦੇਖ ਲੈਂਦੇ ਤਾਂ ਉਸ ਨੂੰ ਹੀ ਪਸੰਦ ਕਰ ਲੈਂਦੇ। ਅੱਜ ਵੀ ਅਜਿਹਾ ਹੀ ਹੋਇਆ। ਮੈਂ ਸੁਨੈਨਾ ਨੂੰ ਰਿਸ਼ਤੇਦਾਰਾਂ ਦੇ ਸਾਹਮਣੇ ਆਉਣ ਤੋਂ ਮਨਾ ਕਰ ਰੱਖਿਆ ਸੀ। ਸੁਨੈਨਾ ਮੇਰੀਆਂ ਸਾਰੀਆਂ ਗੱਲਾਂ ਮੰਨਦੀ ਸੀ ਤੇ ਮੈਨੂੰ ਮਾਂ ਕਰਦੀ ਮੇਰੇ ਮਗਰ ਤੁਰੀ ਫਿਰਦੀ।
ਲੇਕਿਨ ਫਿਰ ਵੀ ਕੁਝ ਨਾ ਕੁਝ ਅਜਿਹਾ ਹੀ ਹੋ ਜਾਂਦਾ ਕਿ ਮੇਰੀ ਬੇਟੀ ਦਾ ਰਿਸ਼ਤਾ ਹੁੰਦੇ ਹੁੰਦੇ ਰਹਿ ਜਾਂਦਾ। ਫਿਰ ਮੈਂ ਅੱਕ ਕੇ ਪੱਕਾ ਫੈਸਲਾ ਕਰ ਲਿਆ ਕਿ ਮੈਂ ਸਭ ਤੋਂ ਪਹਿਲਾਂ ਸੁਨੈਨਾ ਦਾ ਹੀ ਵਿਆਹ ਕਰੂੰਗੀ। ਫਿਰ ਮੈਂ ਸੁਨੈਨਾ ਦੇ ਲਈ ਰਿਸ਼ਤੇ ਦੇਖਣੇ ਸ਼ੁਰੂ ਕਰ ਦਿੱਤੇ, ਪਰ ਮੈਂ ਸੁਨੈਨਾ ਦਾ ਰਿਸ਼ਤਾ ਕਿਸੇ ਵਧੀਆ ਘਰੇ ਨਹੀਂ ਕਰਨਾ ਚਾਹੁੰਦੀ ਸੀ। ਜੋ ਸਾਲਾਂ ਪਹਿਲਾਂ ਮੇਰੇ ਅੰਦਰ ਗੁੱਸਾ ਭਰਿਆ ਹੋਇਆ ਸੀ, ਮੈਂ ਉਹ ਉਸ 'ਤੇ ਕੱਢਣਾ ਚਾਹੁੰਦੀ ਸੀ। ਮੈਂ ਉਸ ਦੀ ਮਾਂ ਦਾ ਬਦਲਾ ਇਸ ਤੋਂ ਲੈਣਾ ਚਾਹੁੰਦੀ ਸੀ। ਮੈਂ ਸੁਨੈਨਾ ਦਾ ਰਿਸ਼ਤਾ ਅਜਿਹੇ ਘਰੇ ਕਰਨਾ ਚਾਹੁੰਦੀ ਸੀ ਜਿੱਥੇ ਉਸ ਨੂੰ ਦੁੱਖ ਹੀ ਦੁੱਖ ਮਿਲਣ। ਇੱਕ ਦਿਨ ਮੈਂ ਬਾਜ਼ਾਰ ਜਾ ਰਹੀ ਸੀ ਤਾਂ ਇੱਕ ਸਾਈਕਲ ਵਾਲਾ ਮੁੰਡਾ ਮੇਰੇ ਨਾਲ ਟਕਰਾ ਗਿਆ। ਮੈਂ ਉਸ ਨੂੰ ਖੜਾ ਕੀਤਾ ਤੇ ਪੁੱਛਿਆ ਤਾਂ ਉਸਨੇ ਕਿਹਾ, ਮੈਡਮ ਮੈਨੂੰ ਬਚਾ ਲਓ, ਮੈਂ ਇੱਕ ਜੁਆਰੀ ਹਾਂ ਤੇ ਜੂਏ ਵਿੱਚ ਸਾਰਾ ਕੁਝ ਹਾਰ ਆਇਆ। ਮੇਰੇ ਮਗਰ ਉਹ ਲੋਕ ਲੱਗੇ ਹੋਏ ਨੇ ਤੇ ਉਹ ਮੈਨੂੰ ਮਾਰ ਦੇਣਗੇ। ਇਹ ਸੁਣ ਕੇ ਮੈਂ ਉਸ ਨੂੰ ਆਪਣੇ ਘਰ ਲੈ ਆਈ ਤੇ ਉਸ ਨੂੰ ਪਾਣੀ ਪਿਲਾਇਆ। ਮੈਂ ਉਸ ਨੂੰ ਕਿਹਾ, ਤੂੰ ਮੇਰੀ ਬੇਟੀ ਨਾਲ ਵਿਆਹ ਕਰਵਾਏਂਗਾ? ਉਸ ਨੇ ਝੱਟ ਹਾਂ ਕਰ ਦਿੱਤੀ। ਮੈਨੂੰ ਵੀ ਸੀ ਕਿ ਸੁਨੈਨਾ ਮੇਰੇ ਗਲੋਂ ਲਿੱਥੇ। ਮੈਂ ਉਸ ਨਾਲ ਸੁਨੈਨਾ ਦਾ ਵਿਆਹ ਕਰ ਦਿੱਤਾ। ਸੁਨੈਨਾ ਦੇ ਵਿਆਹ ਹੋਏ ਨੂੰ 1 ਸਾਲ ਹੋ ਗਿਆ। ਉਹ ਮੁੜ ਕੇ ਮੇਰੇ ਘਰੇ ਨਾ ਆਈ। ਮੈਂ ਆਪਣੀਆਂ ਬੇਟੀਆਂ ਦੇ ਵਿਆਹ ਕਰ ਚੁੱਕੀ ਸੀ। ਉਹ ਸਾਰੀਆਂ ਆਪਣੀ ਜ਼ਿੰਦਗੀ ਵਿੱਚ ਮਸਤ ਸੀ ਤੇ ਇੱਧਰ ਮੈਂ ਇਕੱਲੀ ਰਹਿ ਗਈ। ਇੱਕ ਦਿਨ ਮੇਰੀ ਛਾਤੀ ਵਿੱਚ ਦਰਦ ਉੱਠਿਆ। ਜਦੋਂ ਮੈਂ ਚੈੱਕ ਕਰਾਇਆ ਤੇ ਮੈਨੂੰ ਕੈਂਸਰ ਨਿਕਲਿਆ। ਇਹ ਸੁਣ ਕੇ ਮੈਨੂੰ ਸੁਨੈਨਾ ਦੀ ਯਾਦ ਆ ਗਈ, ਕਿਉਂਕਿ ਮੇਰੀਆਂ ਬੇਟੀਆਂ ਤਾਂ ਮੇਰੇ ਕੋਲ ਨਹੀਂ ਆਉਂਦੀਆਂ ਸੀ ਤੇ ਸੁਨੈਨਾ ਹਰ ਵੇਲੇ ਮੇਰਾ ਖਿਆਲ ਰੱਖਿਆ ਕਰਦੀ ਸੀ। ਹੁਣ ਇਹ ਬਿਮਾਰੀ ਨੂੰ ਦੇਖ ਕੇ ਮੈਨੂੰ ਅਹਿਸਾਸ ਹੁੰਦਾ ਸੀ ਕਿ ਜੋ ਮੈਂ ਸੁਨੈਨਾ ਨਾਲ ਕੀਤਾ ਉਸ ਦੇ ਬਦਲੇ ਹੀ ਮੈਨੂੰ ਇਹ ਸਭ ਕੁਝ ਮਿਲ ਰਿਹਾ। ਮੈਨੂੰ ਲੱਗਦਾ ਸੀ ਕਿ ਮੈਨੂੰ ਸੁਨੈਨਾ ਦਾ ਹੀ ਸ਼ਰਾਪ ਮਾਰ ਗਿਆ। ਉਦੋਂ ਤਾਂ ਮੈਂ ਬਦਲੇ ਦੀ ਅੱਗ ਵਿੱਚ ਅੰਨੀ ਹੋ ਚੁੱਕੀ ਸੀ। ਹੁਣ ਮੈਂ ਆਪਣੇ ਆਪ ਨੂੰ ਕੋਸ ਰਹੀ ਸੀ ਕਿ ਜੇ ਮੈਂ ਸੁਨੈਨਾ ਨਾਲ ਇਸ ਤਰ੍ਹਾਂ ਨਾ ਕਰਦੀ ਤਾਂ ਸ਼ਾਇਦ ਮੈਨੂੰ ਇਹ ਬਿਮਾਰੀ ਨਾ ਹੁੰਦੀ। ਪਰ ਹੁਣ ਪਛਤਾਵੇ ਤੋਂ ਬਿਨਾਂ ਮੇਰੇ ਪੱਲੇ ਕੁਝ ਨਹੀਂ ਸੀ। ਪਤਾ ਨਹੀਂ ਸੁਨੈਨਾ ਕਿਸ ਹਾਲ ਵਿੱਚ ਹੋਊ ਤੇ ਕਿੰਨੀਆਂ ਬਦਅਸੀਸਾਂ ਦਿੰਦੀ ਹੋਊ। ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਜੋ ਅਸੀਂ ਕਰਦੇ ਹਾਂ ਇੱਕ ਨਾ ਇੱਕ ਦਿਨ ਜ਼ਰੂਰ ਭਰਦੇ ਹਾਂ। ਜੇ ਚੰਗਾ ਕਰਾਂਗੇ ਤਾਂ ਚੰਗਾ ਹੋਵੇਗਾ, ਜੇ ਬੁਰਾ ਕਰਾਂਗੇ ਤਾਂ ਇੱਕ ਨਾ ਇੱਕ ਦਿਨ ਕਿਸੇ ਨਾ ਕਿਸੇ ਤਰ੍ਹਾਂ ਬੁਰਾ ਜ਼ਰੂਰ ਹੋਵੇਗਾ। ਸੋ ਕਹਾਣੀ ਕਿੱਦਾਂ ਦੀ ਲੱਗੀ ਦੱਸਣਾ ਜ਼ਰੂਰ ਤੇ ਇਸੇ ਤਰ੍ਹਾਂ ਦੀ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਹੁਣ ਮਿਲਦੀ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਧੰਨਵਾਦ।